ਇੱਕ ਵਾਰ ਫਿਰ ਤੋਂ ਹਾਜ਼ਰੀ ਹੈ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਤੇ ਸਟਾਰਟਿੰਗ ਦੇ ਵਿੱਚ ਜਾਂ ਹੱਥ ਜੋੜ ਕੇ ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ, ਇੰਨਾ ਪਿਆਰ ਤੁਸੀਂ ਦਿੱਤਾ। ਕੱਲ ਮੈਂ ਐਵੇਂ ਕਹਿ ਬੈਠਾ ਵੀ ਤੁਸੀਂ ਵੇਖ ਤਾਂ ਲੈਂਦੇ ਹੋ, ਤੇ ਉਹ ਜਿਹੜਾ ਲਾਈਕ ਵਾਲਾ ਅੰਗੂਠਾ ਜਿਹਾ ਉਹ ਦੱਬਦੇ ਨਹੀਂ। ਹਜ਼ਾਰਾਂ ਦੀ ਗਿਣਤੀ 'ਚ ਤੁਸੀਂ ਉਹ ਵੀ ਦੱਬਿਆ ਜਾਂ ਨਹੀਂ ਪਸੰਦ ਕੀਤਾ, ਤੇ ਇਹਦੇ ਲਈ ਬੜਾ ਧੰਨਵਾਦ। ਇਹ ਤੁਹਾਡਾ ਮੋਹ ਪਿਆਰ ਆ ਜਿਹੜਾ ਕਿ ਬੜਾ ਹੌਸਲਾ ਵਧਾਉਂਦਾ ਕਿ ਆਪਾਂ ਜੇ ਚੰਗਾ ਕੰਮ ਕਰ ਰਹੇ ਹਾਂ ਤੇ ਤੁਸੀਂ ਪਸੰਦ ਕਰਦੇ ਹੋ, ਤੇ ਆਪਾਂ ਇਹਨੂੰ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰੀਏ। ਅੱਜ ਦੇ ਪ੍ਰੋਗਰਾਮ 'ਚ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਪਾਂ ਕਰਾਂਗੇ, ਪਰ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਪੰਜ ਸਾਹਿਬ ਦਾ। ਪੰਜ ਸਾਹਿਬ ਬਹੁਤ ਬਹੁਤ ਸਵਾਗਤ ਜੀ, ਸ਼ੁਕਰੀਆ। ਪੰਜ ਸਾਹਿਬ ਅੱਜ ਝੱਗਿਆਂ ਦੀ ਸੀਟ ਤੇ ਲੱਗ ਹੀ ਲੱਗਦੀ ਆਪਣੀ। ਉੱਦਾਂ ਮੇਰਾ ਥੋੜ੍ਹਾ ਜਿਹਾ ਤਿੱਤਰ ਮਿੱਤਰਾ ਜਿਹਾ ਤੇ ਆਹ ਥੋੜ੍ਹਾ ਪਲੇਨ ਆ। ਮੈਨੂੰ ਲੱਗਦਾ ਕਿ ਜਾਂ ਤਾਂ ਇੱਧਰ ਆਉਣ ਤੋਂ ਪਹਿਲਾਂ ਗੁਰਪ੍ਰੀਤ ਸੰਧਾ ਵੜ ਗਿਆ, ਪ੍ਰਾਈਮ ਹਾਸੀਆਂ ਦਾ ਕੋਈ ਰੋਲ ਕਰਕੇ ਆਇਆ। ਇਹ ਜਿਹੜੀ ਕਲਾਕਾਰੀ ਸੋਚਦੀ ਹੈ ਨਾ ਇੱਦਾਂ ਦੀ, ਮੈਨੂੰ ਤਾਂ ਕਦੇ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਲੱਗਾ। ਨਹੀਂ ਐਵੇਂ ਮੈਂ ਵੇਖ ਲਿਆ, ਮੈਂ ਕਿਹਾ ਬਾਅਦ 'ਚ ਲਿਖਣ ਵਾਲਿਆਂ ਵੀ ਤੇ ਕਮੈਂਟ 'ਚ ਲਿਖਣਾ ਹੀ ਆ ਤੇ ਪਤਾ। ਤੇ ਮੈਨੂੰ ਇਹ ਸੀ ਵੀ ਇੱਕ ਤੇ ਮੈਨੂੰ ਅੱਜ ਇਹ ਵੀ ਬੜੀ ਖੁਸ਼ੀ ਆ ਵੀ ਯਾਰ ਮੇਰਾ ਅਖੀਰ ਗੱਲ ਮੇਰੀ ਮੰਨ ਗਿਆ, ਕਿਉਂਕਿ ਮੈਂ ਫੋਨ ਕਰਕੇ ਲੜਿਆ ਬੜਾ ਉਹਦੇ ਨਾਲ। ਮੈਂ ਵੀ ਤੂੰ ਥੋੜ੍ਹਾ ਅਕਲ ਨੂੰ ਹੱਥ ਮਾਰ, ਹੁਣ ਗਾਂਹ ਤੇਰੀਆਂ ਇਲੈਕਸ਼ਨਾਂ ਆਈਆਂ ਤੇ ਕਿੱਦਾਂ ਦੇ ਫੈਸਲੇ ਲੈਣ ਡਿਆ। ਫਿਰ ਫਾਈਨਲੀ ਹੁਣ ਟਰੰਪ ਸਾਹਿਬ ਮੰਨ ਗਏ, ਉਹ ਕਹਿੰਦੇ ਵੀ ਨਹੀਂ, ਜਿਹੜੇ ਵਿਦਿਆਰਥੀ ਪੜ੍ਹਨ ਵਾਲੇ ਆਏ ਆਪਾਂ ਉਹ ਫੈਸਲਾ ਵਾਪਸ ਲੈ ਲਾਂਗੇ, ਨਹੀਂ ਕੱਢਾਂਗੇ ਉਹਨਾਂ ਨੂੰ। ਤੁਹਾਨੂੰ ਇਹ ਪਤਾ ਕਿ ਜਦੋਂ ਆ ਥੋੜ੍ਹੇ ਦਿਨ ਤੁਸੀਂ ਪ੍ਰਾਈਮ ਹਾਸੀਆਂ ਵਾਲੇ ਪਾਸੇ ਬਿਜੀ ਸੀ, ਜੀ ਜੀ, ਕਈ ਕਈ ਦਰਸ਼ਕ ਇਹ ਕਮੈਂਟ ਕਰਦੇ ਸੀ ਗੁਰਪ੍ਰੀਤ ਸੰਧਾਵਾਲੀਆ ਟਰੰਪ ਨੂੰ ਮਿਲਣ ਗਿਆ ਲੱਗਦਾ। ਜੀ ਠੀਕ ਆ, ਹੁਣ ਹੋ ਸਕਦਾ ਤੁਹਾਡੇ ਮਿਲਣ ਦਾ ਹੀ ਫਰਕ ਪਿਆ ਹੋਵੇ, ਚਲੋ ਇਹ ਤਾਂ ਹਾਸੇ ਦੀਆਂ ਗੱਲਾਂ। ਉੱਦਾਂ ਡੋਨਲਡ ਟਰੰਪ ਦਾ ਇਹ ਫੈਸਲਾ ਗਲਤ ਸੀ ਜੀ ਕਿ ਜਦੋਂ ਆਨਲਾਈਨ ਪੜ੍ਹਾਈ ਹੋ ਰਹੀ ਆ, ਕਾਲਜਾਂ ਯੂਨੀਵਰਸਿਟੀਆਂ 'ਚ ਜਾਣਾ ਨਹੀਂ, ਤੇ ਇਹ ਵਿਦਿਆਰਥੀ ਆਪਣੇ ਦੇਸ਼ਾਂ ਨੂੰ ਵਾਪਸ ਚਲੇ ਜਾਣ, ਜੀ। ਅਸੀਂ ਇੱਥੇ ਨਹੀਂ ਰੱਖਣਾ। ਉਸ ਫੈਸਲੇ ਦੇ ਖਿਲਾਫ ਸਾਰੇ ਦੇਸ਼ ਵਿੱਚ, ਅਮਰੀਕਾ 'ਚ ਵੀ ਰੌਲਾ ਪਿਆ, ਤੇ ਜਿਹੜੇ ਜਿਹੜੇ ਦੇਸ਼ਾਂ ਤੋਂ ਵਿਦਿਆਰਥੀ ਆਏ ਸੀ ਉੱਥੇ ਵੀ ਰੌਲਾ ਪਿਆ। ਜੀ, ਜਿੱਥੋਂ ਆਏ ਸੀ ਉੱਥੇ ਤੇ ਰੌਲਾ ਪੈਣਾ ਹੀ ਪੈਣਾ ਸੀ। ਉਹਦੇ ਆਪਣੇ ਦੇਸ਼ 'ਚ ਰੌਲਾ ਇਸ ਕਰਕੇ ਪਿਆ ਕਿ ਜਿਹੜੀਆਂ ਯੂਨੀਵਰਸਿਟੀਆਂ ਨੇ, ਜਿਹੜੇ ਕਾਲਜਾਂ ਨੇ ਬੱਚਿਆਂ ਨੂੰ ਦਾਖਲਾ ਦਿੱਤਾ ਸੀ, ਉਹਨਾਂ ਸਾਰਿਆਂ ਨੇ ਆਖਿਆ ਕਿ ਸਾਡਾ ਤੇ ਰੈਪੂਟੇਸ਼ਨ ਖਰਾਬ ਹੋ ਜਾਏਗਾ ਜੀ। ਇਹ ਤੋਂ ਬਾਅਦ ਸਾਡੇ ਕੋਲ ਕੋਈ ਬੱਚੇ ਦਾਖਲ ਕਰਾਵੇਗਾ ਕਿਉਂ? ਜਿਹੜੇ ਇੱਥੇ ਬੱਚੇ ਆਉਣਗੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਿਸੇ ਰਾਸ਼ਟਰਪਤੀ ਨੇ ਕਦੋਂ ਸਾਨੂੰ ਕੱਢ ਦੇਣਾ, ਕਿਉਂ ਆਉਣਗੇ? ਜੀ, ਉਹ ਮਸਲਾ ਅਦਾਲਤਾਂ ਵਿੱਚ ਵੀ ਗਿਆ, ਤੇ ਫਿਰ ਇੱਕ ਅਦਾਲਤ ਨੇ ਇਹ ਕਹਿ ਦਿੱਤਾ ਕਿ ਸਰਕਾਰ ਦਾ ਕਦਮ ਗਲਤ ਹੈ, ਇਹਨੂੰ ਬਦਲੋ। ਉਸ ਫੈਸਲੇ ਦੇ ਉੱਤੇ ਅੜਿੱਕਾ ਡਾਇਆ। ਜੇ ਚਾਹੁੰਦੇ ਤੇ ਡੋਨਲਡ ਟਰੰਪ ਉਸ ਸੂਬਾਈ ਅਦਾਲਤ ਦੇ ਫੈਸਲੇ ਨੂੰ ਦੇਸ਼ ਦੀ ਉੱਪਰਲੀ ਅਦਾਲਤ ਤੱਕ ਲਿਜਾ ਸਕਦੇ ਸੀ, ਜੀ। ਪਰ ਡੋਨਲਡ ਟਰੰਪ ਨੇ, ਇਹ ਚੰਗੀ ਗੱਲ ਹੈ ਕਿ ਇਸ ਗੱਲ ਨੂੰ ਮੰਨ ਲਿਆ ਕਿ ਅਸੀਂ ਜਿਹੜਾ ਇਹ ਫੈਸਲਾ ਅੱਗੇ ਨਹੀਂ ਲੈ ਕੇ ਜਾਵਾਂਗੇ, ਹੁਣ ਇਹ ਆਪਣਾ ਫੈਸਲਾ ਵਾਪਸ ਲਵਾਂਗੇ, ਤੇ ਇਹ ਵਿਦਿਆਰਥੀ ਜਿਹੜੇ ਇੱਥੇ ਆ ਤੇ ਇੱਥੇ ਰਹਿਣਗੇ। ਜੀ, ਹੁਣ ਉਹ ਵਿਦਿਆਰਥੀਆਂ ਦੇ ਪੱਖੋਂ ਜਿਹੜਾ ਫੈਸਲਾ ਲਿਆ ਗਿਆ, ਉਹ ਫੈਸਲਾ ਬਹੁਤ ਚੰਗਾ ਹੈ। ਤੇ ਇਸ ਫੈਸਲੇ ਤੋਂ ਬਾਅਦ ਮੇਰਾ ਖਿਆਲ ਹੈ ਕਿ ਉੱਥੋਂ ਦੀਆਂ ਯੂਨੀਵਰਸਿਟੀਆਂ ਵਾਲੇ ਵੀ, ਉੱਥੋਂ ਦੇ ਵਿਦਿਆਰਥੀ ਵੀ, ਸਾਰੇ ਲੋਕ ਇਹਦਾ ਸਵਾਗਤ ਕਰਨਗੇ ਕਿ ਚੰਗੀ ਗੱਲ ਹੋਈ ਆ। ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਵੇ ਨਾ, ਤੇ ਉਹਨੂੰ ਮਾੜਾ ਨਹੀਂ ਆਖੀਦਾ। ਜੀ, ਚਲੋ ਇਹਨਾਂ ਵਿਦਿਆਰਥੀਆਂ ਦੀਆਂ ਵੋਟਾਂ ਤੇ ਹੁਣ ਨਹੀਂ ਹੋਣੀਆਂ, ਪਰ ਕੰਮ ਘੱਟੋ ਘੱਟ ਉਹਨੇ ਚੰਗਾ ਕੀਤਾ, ਜਿਹਦਾ ਸਵਾਗਤ ਕੀਤਾ ਜਾ ਸਕਦਾ। ਨਹੀਂ ਉਹਦੇ ਪੱਲੇ ਉੱਦਾਂ ਨਹੀਂ ਨਾ ਜੀ ਪੈਂਦੀ ਜਿੱਦਾਂ ਮੈਂ ਪਾਈ। ਮੈਂ ਕਿਹਾ ਵੀ ਗੱਲ ਇਹ ਵੀ ਜੇ ਅਸੀਂ ਪੜ੍ਹਨੇ ਹੁੰਦਾ ਤੇ ਪੰਜਾਬ 'ਚ ਕਿਤੇ ਪੜ੍ਹਾਈ ਘੱਟ ਹੈ, ਸਾਡੇ ਵਾਲੇ ਮਾਸਟਰ ਤੇ ਵਧੀਆ ਪੜ੍ਹਾਉਂਦੇ। ਉਹ ਜੇ ਉਹਨੂੰ ਪਤਾ ਹੁੰਦਾ ਨਾ ਪੰਜਾਬੀ ਦਾ, ਤੁਸੀਂ ਆਖਣਾ ਸੀ ਵੀ ਤੁਸੀਂ ਪਹਿਲਾਂ ਹੀ ਆਖਦਾ ਵੀ ਜੇ ਪੜ੍ਹਨਾ ਹੁੰਦਾ। ਪੜ੍ਹਨ ਵਾਸਤੇ ਵੀ ਤੇ ਮੋੜ ਦੀ ਗੱਲ ਹੁੰਦੀ ਹੈ ਨਾ। ਅੱਛਾ ਪੰਨੂ ਸਾਹਿਬ, ਜੇ ਆਪਣੇ ਪੜ੍ਹਾਈ ਦੀ ਗੱਲ ਚੱਲੀ ਆਨਲਾਈਨ, ਤਾਂ ਆਨਲਾਈਨ ਪੜ੍ਹਾਈ ਹੁਣ ਜਦੋਂ ਦਾ ਕਰੋਨਾ ਦੌਰ ਚੱਲਿਆ, ਹੁਣ ਆਪਾਂ ਇੰਡੀਆ 'ਚ ਵੀ ਦੇਖਦੇ ਹਾਂ, ਪੰਜਾਬ 'ਚ ਵੀ ਜਿੰਨੇ ਸਕੂਲ ਨੇ ਜੀ, ਉਹ ਵੀ ਕਹਿੰਦੇ ਆਪਾਂ ਆਨਲਾਈਨ ਪੜ੍ਹਾਉਣਾ। ਆਨਲਾਈਨ ਕਲਾਸਾਂ ਲੱਗਦੀਆਂ ਵੀ ਆ, ਉਹਦੇ ਨਾਲ ਨਾਲ ਰੇੜਕਾ ਫੀਸਾਂ ਦਾ ਵੀ ਕਿਤੇ ਤੁਰਿਆ ਫਿਰਦਾ। ਪਰ ਇੱਕ ਜਿਹੜਾ ਚੱਕਰ ਇਹ ਆ ਕਿ ਵੀ ਹੁਣ ਜਿਹੜੀਆਂ ਕਲਾਸਾਂ ਲੱਗਦੀਆਂ ਸਕੂਲਾਂ ਵਾਲਿਆਂ ਦੀਆਂ ਲੱਗੀ ਜਾਂਦੀਆਂ, ਪਰ ਜਿਹੜੇ ਕਾਲਜ ਦੇ ਸਟੂਡੈਂਟ ਉਹਨਾਂ ਦੀ ਨਾ ਤਾਂ ਕਲਾਸ ਲੱਗਦੀ ਹੈ, ਅਤੇ ਹੁਣ ਜਦੋਂ ਕਲਾਸ ਨਹੀਂ ਲੱਗਦੀ ਤੇ ਜਿਹੜੇ ਖਾਸ ਕਰਕੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਅਡਾਕ 'ਤੇ ਲੱਗੇ ਪ੍ਰੋਫੈਸਰ ਆ, ਉਹਨਾਂ ਨੂੰ ਤਨਖਾਹਾਂ ਵੀ ਕੋਈ ਨਹੀਂ ਮਿਲਦੀਆਂ। ਈਵਨ ਪ੍ਰਾਈਵੇਟ ਸਕੂਲਾਂ ਵਾਲੇ ਵੀ ਕਹਿੰਦੇ ਵੀ ਤਨਖਾਹਾਂ ਨਹੀਂ ਮਿਲਦੀਆਂ। ਇਹ ਜਿਹੜਾ ਰੇੜਕਾ ਪੜ੍ਹਾਈ ਦਾ ਆਨਲਾਈਨ ਹੋ ਗਿਆ, ਤੁਹਾਨੂੰ ਲੱਗਦਾ ਨਹੀਂ ਵੀ ਇਹਨੇ ਕਈ ਤਰ੍ਹਾਂ ਦੀਆਂ ਤਬਦੀਲੀਆਂ ਲੈ ਆਉਂਦੀਆਂ? ਬਹੁਤ ਸਮੱਸਿਆਵਾਂ ਆਉਣਗੀਆਂ। ਸਰਕਾਰੀ ਕਾਲਜਾਂ ਵਿੱਚ ਤਾਂ ਸਮੱਸਿਆ ਘੱਟ ਹੋਵੇਗੀ ਜੀ, ਪ੍ਰਾਈਵੇਟ ਵਿੱਚ ਜ਼ਿਆਦਾ। ਜਿਹੜੇ ਪ੍ਰਾਈਵੇਟ ਕੁਝ ਵੱਡੇ ਅਦਾਰੇ ਨੇ, ਉਹ ਤਾਂ ਅਜੇ ਕੁਝ ਨਾ ਕੁਝ ਤਨਖਾਹਾਂ ਦੇਈ ਜਾ ਰਹੇ। ਜੀ, ਜਿਹੜੇ ਛੋਟੇ ਪ੍ਰਾਈਵੇਟ ਕਾਲਜ ਆ, ਉਹ ਤਨਖਾਹਾਂ ਵੀ ਘੱਟ ਦੇ ਰਹੇ, ਕੁਝ ਤਾਂ 35% ਤੱਕ ਦੇ ਰਹੇ ਨੇ, ਬਹੁਤ ਘੱਟ ਦੇ ਰਹੇ ਨੇ। ਜੀ, ਅਗਲੀ ਗੱਲ ਇਹ ਆ ਕਿ ਉਹਨਾਂ ਨੂੰ ਆਖਿਆ ਜਾ ਰਿਹਾ ਕਿ ਆਪਣੇ ਘਰ ਤੋਂ ਤੁਸੀਂ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਾਓ। ਜਦੋਂ ਘਰ ਤੋਂ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਕੀਤੀ ਜਾਂਦੀ ਹੈ, ਤੇ ਵਿਦਿਆਰਥੀਆਂ ਦੇ ਘਰ ਵਿੱਚ ਵੀ ਬਹੁਤ ਸਾਰੇ ਮਾਮਲੇ, ਜੇ ਸਕੂਲਾਂ ਦੇ ਛੋਟੇ ਬੱਚਿਆਂ ਦਾ ਮਾਮਲਾ, ਤੇ ਉਹ ਬੱਚਿਆਂ ਇਕੱਲਿਆਂ ਦੀ ਆਨਲਾਈਨ ਪੜ੍ਹਾਈ ਨਹੀਂ, ਉਹਨਾਂ ਦੇ ਮਾਪਿਆਂ ਦੀ ਵੀ ਨਾਲ ਹੈ, ਕਿਉਂਕਿ ਮਾਪੇ ਨਾਲ ਨਾ ਬੈਠੇ ਹੋਣ ਤੇ ਬੱਚੇ ਪੜ੍ਹਦੇ ਨਹੀਂ। ਜੀ, ਕਲਾਸ ਵਿੱਚ ਤਾਂ ਟੀਚਰ ਹੁੰਦਾ, ਇੱਥੇ ਮਾਪੇ ਕੋਲ ਚਾਹੀਦੇ ਆ। ਦੂਸਰਾ, ਜਦੋਂ ਉਹਨਾਂ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਾਈ ਜਾਣੀ ਹੈ,
ਉਹ ਪੜ੍ਹਾਈ ਦੀ ਟਾਈਮਿੰਗ ਅਜੇ ਤੱਕ ਪੂਰੀ ਕਿਸੇ ਤਰੀਕੇ ਨਾਲ ਸੈੱਟ ਨਹੀਂ ਹੋ ਸਕੀ। ਜੀ ਕਈ ਸਮੱਸਿਆਵਾਂ ਉਹਦੇ 'ਚ ਵੀ ਆਉਂਦੀਆਂ ਪਈਆਂ। ਇਹਨਾਂ ਸਮੱਸਿਆਵਾਂ ਨੂੰ ਵੇਖਦਿਆਂ ਇੱਕ ਸਮੱਸਿਆ ਨਵੀਂ ਨਿਕਲ ਆਈ ਹੈ, ਉਹ ਇਹ ਕਿ ਸਾਰੇ ਕਾਲਜਾਂ ਵਿੱਚ ਥੋੜ੍ਹਿਆਂ ਜਿਹਾ ਨੂੰ ਛੱਡ ਕੇ ਜੀ ਬਹੁਤ ਸਾਰੇ ਕਾਲਜਾਂ 'ਚ ਅੱਜ ਕੱਲ੍ਹ ਕੱਚੇ ਮੁਲਾਜ਼ਮ ਬਹੁਤ ਰੱਖੇ ਜਾਂਦੇ ਆ। ਜੀ ਮਿਸਾਲ ਦੇ ਤੌਰ ਤੇ ਜੇ ਕਿਸੇ ਕਾਲਜ ਵਿੱਚ ਪ੍ਰੋਫੈਸਰ ਦੀ ਤਨਖਾਹ 1,60,000 ਰੁਪਏ ਹੋਵੇ ਤੇ ਉੱਥੇ ਜਿਹੜੇ ਕੱਚੇ ਰੱਖੇ ਜਾਂਦੇ ਆ ਉਹ 10,000 ਜਾਂ 12,000 ਰੁਪਏ ਮਹੀਨੇ ਤੇ ਰੱਖੇ ਜਾਂਦੇ ਆ। ਜੀ ਉਹ ਵਿਚਾਰੇ ਇਸ ਗੱਲ ਤੋਂ ਡਰਦੇ ਕਿ ਸਾਨੂੰ ਕੱਢ ਨਾ ਦਿੰਦੇ ਹੋਣ, ਔਖੇ ਸੌਖੇ ਹੋ ਕੇ ਦੂਸਰਿਆਂ ਨੂੰ ਵੱਧ ਪੜਾਉਣ ਦਾ ਯਤਨ ਕਰਦੇ ਆ। ਜੀ ਉਹਨਾਂ ਨੂੰ 8 ਮਹੀਨੇ ਸਿਰਫ ਡਿਊਟੀ ਤੇ ਰੱਖਦੇ ਆ, 4 ਮਹੀਨੇ ਛੁੱਟੀਆਂ ਦੇ ਪੈਸੇ ਨਹੀਂ ਦਿੰਦੇ। ਹੁਣ 8 ਮਹੀਨਿਆਂ ਦਾ ਜਿਹੜਾ ਉਹਨਾਂ ਦਾ ਕੰਮ ਹੈ ਉਹਦੇ ਉਹਨਾਂ ਨੂੰ 80,000 ਰੁਪਏ ਵੀ ਜੇ ਇੱਕ ਨੂੰ ਮਿਲਦੇ ਹੋਣ ਤੇ ਇੱਕ ਪ੍ਰੋਫੈਸਰ ਦੀ ਤਨਖਾਹ ਵਿੱਚ ਇਹੋ ਜਿਹੇ ਕੱਚੇ 2 ਪ੍ਰੋਫੈਸਰ ਉਹ ਰੱਖ ਕੇ ਤੇ ਕਾਲਜਾਂ ਵਾਲੇ ਕੰਮ ਸਾਰਦੇ ਆ। ਜੀ ਜਦੋਂ ਆਨਲਾਈਨ ਪੜ੍ਹਾਈ ਸ਼ੁਰੂ ਕੀਤੀ ਹੈ ਤੇ ਇਹਨਾਂ ਸਾਰਿਆਂ ਦੀਆਂ ਤਨਖਾਹਾਂ ਬੰਦ ਹੋ ਗਈਆਂ ਨੇ। ਉਹ ਕਿਤੇ ਰੋਣ ਜੋਗੇ ਵੀ ਨਹੀਂ, ਉਹਨਾਂ ਦੀ ਕੋਈ ਇਹੋ ਜਿਹੀ ਕਮਿਊਨਿਟੀ ਨਹੀਂ, ਉਹਨਾਂ ਦੀ ਇਹੋ ਜਿਹੀ ਕੋਈ ਯੂਨੀਅਨ ਨਹੀਂ ਜਿਹੜੀ ਜਾ ਕੇ ਸਰਕਾਰ ਕੋਲ ਪਹੁੰਚ ਕਰੇ। ਜੀ ਸਰਕਾਰਾਂ ਵੀ ਉਹਨਾਂ ਲੋਕਾਂ ਦੀ ਗੱਲ ਸੁਣਦੀਆਂ ਜਿਹੜਿਆਂ ਦੀ ਕੋਈ ਨਾ ਕੋਈ ਰਜਿਸਟਰਡ ਜਥੇਬੰਦੀ ਆ ਜਾਂ ਕਿਸੇ ਥਾਂ ਦੇ ਉੱਤੇ ਉਹਨਾਂ ਦੇ ਨਾਂ ਨੇ। ਇਹ ਨਾ ਕਿਸੇ ਰਿਕਾਰਡ ਵਿੱਚ, ਨਾ ਇਹ ਕਿਤੇ ਕੋਈ ਇਹਨਾਂ ਦਾ ਇਸ ਤਰ੍ਹਾਂ ਦਾ ਹੈਗਾ ਕੋਈ ਗ੍ਰੇਡ ਪੱਕੇ ਵੱਜੇ ਹੋਏ। ਇਹ ਤਾਂ ਪੱਕੀ ਤਨਖਾਹ ਦੇ ਉੱਤੇ ਆ। ਮੈਂ ਤਾਂ ਇੱਕ ਵਾਰੀ ਇੱਕ ਇਹੋ ਜਿਹੀ ਥਾਂ ਤੇ ਵੀ ਗਿਆ ਸੀ ਜਿੱਥੇ ਇੱਕ ਮੁੰਡਾ ਕੁੜੀ ਮਿਲੇ ਤੇ ਕੁੜੀ ਨੇ ਚੂੜਾ ਪਾਇਆ ਸੀ ਤੇ ਉਹ ਮੇਰੇ ਕੋਲ ਆ ਕੇ ਪਛਾਣ ਕੇ ਤੇ ਗੱਲਾਂ ਕਰਦਿਆਂ ਪੁੱਛਿਆ ਕਿ ਤੁਸੀਂ ਕੀ ਕਰਦੇ ਹੁੰਦੇ ਹੋ? ਕਹਿੰਦੇ ਅੰਕਲ ਜੀ ਦੱਸਣ ਨੂੰ ਜੀ ਨਹੀਂ ਕਰਦਾ। ਮੈਂ ਕਿਹਾ ਕਿਉਂ? ਕਹਿੰਦੇ ਜੀ ਉਹ ਸਾਹਮਣੇ ਪੈਲਸ ਤੋਂ ਪਰਲੇ ਪਾਸੇ ਤੁਹਾਨੂੰ ਕਾਲਜ ਦਿਸਦਾ, ਅਸੀਂ ਦੋਵੇਂ ਉੱਥੇ ਪ੍ਰੋਫੈਸਰ ਹਾਂ। ਤੇ ਮੈਂ ਕਿਹਾ ਦੱਸਣ ਨੂੰ ਜੀ ਕਿਉਂ ਨਹੀਂ ਕਰਦਾ? ਕਹਿੰਦੇ ਜੀ 8 ਮਹੀਨੇ ਹੋ ਗਏ ਤਨਖਾਹ ਨਹੀਂ ਮਿਲ ਰਹੀ। ਕਾਲਜ ਵਾਲੇ ਕਹਿੰਦੇ ਆ ਕਿ 20 ਬੱਚੇ ਲੈ ਆਓ, ਤੁਸੀਂ ਬੱਚੇ ਦਾਖਲ ਕਰਾ ਦਿਓ, ਉਹਨਾਂ ਦੀਆਂ ਫੀਸਾਂ ਤੁਹਾਨੂੰ ਤਨਖਾਹ ਦੇ ਦੇਵਾਂਗੇ। ਤੇ ਬਾਕੀ ਬੱਚਿਆਂ ਨੂੰ ਅਸੀਂ ਪੜ੍ਹਾ ਰਹੇ ਹਾਂ, ਸਾਨੂੰ ਕੋਈ ਬੱਚੇ ਨਹੀਂ ਲੱਭ ਰਹੇ, ਅਸੀਂ ਹੁਣ ਬੱਚੇ ਪੜ੍ਹਾਈਏ, ਅਸੀਂ ਪ੍ਰੋਫੈਸਰ ਹਾਂ ਕਿ ਪਿੰਡਾਂ 'ਚ ਜਾ ਕੇ ਇਹਨਾਂ ਵਾਸਤੇ ਵਿਦਿਆਰਥੀ ਰਹਿ ਗਏ। ਜਿੰਨੇ ਕੁ ਜਿਹੜੇ ਹੁਨਰ ਵਾਲੇ ਵਿਦਿਆਰਥੀ ਸੀ ਉਹ ਆਈਲੈਟਸ ਕਰਕੇ ਬਾਹਰ ਤੁਰੇ ਜਾਂਦੇ ਆ। ਨਵੇਂ ਵਿਦਿਆਰਥੀ ਕਾਲਜਾਂ 'ਚ ਆ ਨਹੀਂ ਰਹੇ। ਕਾਲਜਾਂ ਦੀਆਂ ਆਪਣੀਆਂ ਸਮੱਸਿਆਵਾਂ, ਪਰ ਜਿਹੜੇ ਇਹ ਮੁੰਡੇ ਕੁੜੀਆਂ ਇਸ ਵੇਲੇ ਅਡਾਕ ਪ੍ਰੋਫੈਸਰ ਲੱਗੇ ਆ, ਇਹ ਵੀ ਆਖਰ ਇਹਨਾਂ ਨੇ ਪੜ੍ਹਾਈ ਕੀਤੀ ਆ ਇਸ ਕਰਕੇ ਤਾਂ ਨਹੀਂ ਕੀਤੀ ਕਿ ਘਰ ਬਹਿ ਕੇ ਭੁੱਖੇ ਮਰਨ ਤੇ ਮਾਂ-ਬਾਪ ਤੋਂ ਗੱਲਾਂ ਸੁਣਨ। ਇਹਨਾਂ ਦੀ ਸਮੱਸਿਆ ਵੀ ਸਰਕਾਰ ਨੂੰ ਕਿਸੇ ਤਰੀਕੇ ਸਮਝਣੀ ਚਾਹੀਦੀ ਹੈ। ਪਰ ਸਾਹਿਬ ਪਰ ਇਹ ਕਰੋਨੇ ਵਾਲਾ ਕੰਮ ਐਂ ਜਾਪਦਾ ਸੀ ਵੀ ਜਿਵੇਂ ਟਲ ਜੂ, ਪਰ ਹੁਣ ਤਾਂ ਜਿਵੇਂ ਵਧਣ ਲੱਗ ਗਿਆ। ਜਿਵੇਂ ਆ ਕੱਲ੍ਹ ਦੀ ਗੱਲ ਆ ਕਿ ਪੰਜਾਬ ਦੇ ਵਿੱਚ ਕੈਬਨਿਟ ਮੰਤਰੀ ਆ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰੀ, ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆ ਗਈ ਹੈ ਤੇ ਹੁਣ ਤਾਂ ਇਹ ਵੀ ਸੁਣ 'ਚ ਆਇਆ ਕਿ ਵੀ ਕੈਪਟਨ ਸਾਹਿਬ ਨੇ ਪੂਰੀ ਮਿਨਿਸਟਰੀ ਦੇ ਟੈਸਟ ਕਰਨ ਦੇ ਲਈ ਕਹਿ ਦਿੱਤਾ। ਇਹ ਜ਼ਰੂਰੀ ਵੀ ਸੀ ਕਿਉਂਕਿ ਪਿਛਲੇ ਦਿਨਾਂ 'ਚ ਮੀਟਿੰਗਾਂ ਵੀ ਹੁੰਦੀਆਂ ਨੇ, ਮਿਲਦੇ ਰਹੇ ਨੇ ਜੀ। ਇਹਨਾਂ ਮੀਟਿੰਗਾਂ 'ਚ ਮਿਲਣ ਮਿਲਾਉਣ ਦੇ ਵਿੱਚ ਬਿਮਾਰੀ ਜਿਹੜੀ ਆ ਟਰੈਵਲ ਕਰ ਸਕਦੀ ਹੈ, ਇੱਕ ਤੋਂ ਦੂਸਰੇ ਤੱਕ ਪਹੁੰਚ ਸਕਦੀ ਹੈ। ਜੀ ਜਦੋਂ ਵੀ ਇਸ ਤਰ੍ਹਾਂ ਦੀ ਘਟਨਾ ਹੋਵੇ, ਜੇ ਕਿਸੇ ਦਫ਼ਤਰ ਵਿੱਚ ਹੋਵੇ ਤੇ ਸਾਰੇ ਦਫ਼ਤਰ ਦਾ ਬਾਕੀ ਟੈਸਟ ਕਰਾਇਆ ਜਾਂਦਾ, ਕਿਸੇ ਥਾਂ ਦੇ ਉੱਤੇ ਕਿਸੇ ਪਰਿਵਾਰ ਵਿੱਚ ਹੋਵੇ ਸਾਰੇ ਪਰਿਵਾਰ ਦਾ ਕਰਾਇਆ ਜਾਂਦਾ। ਇਹ ਜਿਨ੍ਹਾਂ ਲੋਕਾਂ ਨੂੰ ਮਿਲਦੇ ਰਹੇ, ਇੱਥੋਂ ਤੱਕ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਪਰਿਵਾਰ ਵਿੱਚ ਤੇ ਪਰਿਵਾਰ ਦੇ ਨਾਲ ਕੰਮ ਕਰਨ ਵਾਲੇ ਲੋਕਾਂ, ਉਹਨਾਂ ਸਾਰਿਆਂ ਦਾ ਟੈਸਟ ਕਰਵਾਇਆ ਜਾਣ ਲੱਗਾ। ਜਦੋਂ ਉਹਨਾਂ ਸਾਰਿਆਂ ਦਾ ਟੈਸਟ ਕਰਵਾਇਆ ਜਾਊਗਾ ਤੇ ਫਿਰ ਪਤਾ ਲੱਗ ਜੂ ਬਿਮਾਰੀ ਕਿੱਥੋਂ ਤੱਕ ਪਹੁੰਚੀ ਹੈ, ਪਹੁੰਚੀ ਕਿ ਇੱਕ ਬੰਦੇ ਤੱਕ ਸੀਮਤ ਰਹੀ ਹੈ, ਇਹਦੇ ਕੋਲ ਕਿੱਥੋਂ ਆਈ ਹੈ। ਮੰਤਰੀਆਂ ਦਾ ਵੀ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਜੀ ਮੈਂ ਆਪਣਾ ਟੈਸਟ ਵੀ ਕਰਾਊਂਗਾ। ਪਰ ਇਹ ਟੈਸਟ ਕਰਾਉਣ ਦੇ ਉੱਤੇ ਇਸ ਵੇਲੇ ਕਿਸੇ ਕਿਸਮ ਦੀ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ। ਤੁਸੀਂ ਇਹ ਵੇਖੋ ਕਿ ਬਿਨਾਂ ਕਿਸੇ ਸ਼ੱਕ ਤੋਂ ਰਾਧਾ ਸਵਾਮੀ ਡੇਰੇ ਦੇ ਮੁਖੀ ਨੇ, ਜੇ ਉਹਨਾਂ ਨੇ ਆਖਿਆ ਮੇਰਾ ਟੈਸਟ ਕਰੋ, ਉਹ ਟੈਸਟ ਕਰਵਾਇਆ, ਟੈਸਟ ਨੈਗੇਟਿਵ ਆਇਆ, ਇਹ ਇੱਕ ਕਿਸਮ ਦੀ ਮਿਸਾਲ ਉਹਨਾਂ ਪੇਸ਼ ਕਰ ਦਿੱਤੀ ਹੈ ਕਿ ਮੈਂ ਵੀ ਕਰਵਾਉਣਾ, ਬਾਕੀ ਵੀ ਕਰਵਾਓ। ਮੈਂ ਕਹਿੰਦਾ ਬਾਕੀ ਵੀ ਧਾਰਮਿਕ ਸੰਪਰਦਾਵਾਂ ਦੇ ਮੁਖੀਆਂ ਨੂੰ ਵੀ ਬਿਨਾਂ ਲੋੜ ਤੋਂ ਵੀ ਆਪਣਾ ਟੈਸਟ ਕਰਵਾ ਲੈਣਾ ਚਾਹੀਦਾ, ਕਿਉਂਕਿ ਉਹਨਾਂ ਕੋਲ ਬਹੁਤ ਸਾਰੇ ਲੋਕ ਆਉਂਦੇ ਆ। ਉਸ ਆਉਣ ਜਾਣ ਦੇ ਵਿੱਚ ਜਿਹੜੀ ਇਹ ਬਿਮਾਰੀ ਆ, ਇਹ ਕਿਸੇ ਦਾ ਆਧਾਰ ਕਾਰਡ ਵੇਖ ਕੇ ਨਹੀਂ ਚੰਬੜਦੀ ਜੀ। ਇੱਥੇ ਤਾਂ ਤੁਹਾਨੂੰ ਜਿਹੜੀ ਲੇਟੈਸਟ ਹੈ ਉਹ ਗੱਲ ਦੱਸ ਦਿੰਦਾ, ਬਿਹਾਰ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਜੀ, ਮਹੀਨੇ ਤਾਂ 2 ਰਹਿ ਗਏ ਨੇ। ਬਿਲਕੁਲ ਸਹੀ। ਉੱਥੇ ਇਸ ਵੇਲੇ ਭਾਰਤੀ ਜਨਤਾ ਪਾਰਟੀ ਦਾ ਸਾਰਾ ਜ਼ੋਰ ਲੱਗਾ ਪਿਆ ਕਿ ਕਹਿਣ ਨੂੰ ਨਿਤੀਸ਼ ਕੁਮਾਰ ਦੀ ਮਦਦ ਕਰਨੀ, ਅਸਲ ਵਿੱਚ ਨਿਤੀਸ਼ ਕੁਮਾਰ ਨੂੰ ਇੰਨਾ ਕੁ ਕੰਟੇਨ ਕਰ ਦੇਣਾ, ਇੰਨਾ ਕੁ ਸੁੰਗੇੜ ਦੇਣਾ ਕਿ ਸਾਡੇ ਬਗੈਰ ਹਿੱਲ ਨਾ ਸਕੇ, ਕਾਹੇ ਜੁਗਾ ਨਹੀਂ ਰਹਿਣ ਦੇਣਾ ਜੀ। ਇਹਨਾਂ ਨੇ ਉੱਥੇ ਸਾਰੀ ਮਿਨਿਸਟਰੀ ਇਹਨਾਂ ਦੀ ਕੇਂਦਰ 'ਚ ਵੀ ਵਾਰ-ਵਾਰ ਜ਼ੋਰ ਲਾਉਂਦੀ ਹੈ, ਉੱਥੋਂ ਵਾਲੇ ਭੱਜੇ ਫਿਰਦੇ ਆ। ਪਿਛਲੇ ਹਫ਼ਤੇ ਇਹਨਾਂ ਨੇ ਇੱਕ ਮੀਟਿੰਗ ਕੀਤੀ ਹੈ ਸੂਬਾ ਪੱਧਰ ਦੀ। ਮੀਟਿੰਗ ਕਰਨ ਤੋਂ ਬਾਅਦ ਉਸ ਮੀਟਿੰਗ ਵਿੱਚ ਜਿਹੜੇ ਸ਼ਾਮਲ ਹੋਏ ਸੀ 153 ਲੀਡਰ ਸਨ ਸ਼ਾਇਦ ਸਾਰੇ ਬਿਹਾਰ ਸੂਬੇ 'ਚੋਂ, ਉਹਨਾਂ ਤੋਂ ਤੇ ਪਲੱਸ ਉੱਥੋਂ ਦਾ ਜਿਹੜਾ ਇਹਨਾਂ ਦਾ ਸੂਬਾ ਹੈੱਡਕੁਆਟਰ ਹੈ ਉਹਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਵੱਡੇ ਆਗੂ ਉਹਨਾਂ 'ਚੋਂ ਜੀ ਕੁੱਲ ਰਲਾ ਕੇ 75 ਜਣੇ, ਜੇ 153 ਚੋਂ 75 ਹੋਣ ਇਹਦਾ ਮਤਲਬ ਅੱਧੇ ਹੋ ਗਏ ਕਰੋਨਾ ਵਾਇਰਸ ਤੋਂ ਪੋਜ਼ਿਟਿਵ ਨਿਕਲ ਆਏ। ਉਹਨਾਂ 'ਚ ਸੂਬਾ ਪੱਧਰ ਦੇ ਮੀਤ ਪ੍ਰਧਾਨ, ਜਨਰਲ ਸੈਕਟਰੀ, ਉੱਪਰਲੇ ਵੱਡੇ ਲੀਡਰ ਵੀ ਨੇ। ਕੁਝ ਉਹ ਵੀ ਹੈ ਜਿਹੜੇ ਟਿਕਟ ਭਾਲਦੇ ਸੀ ਤੇ ਇਸੇ ਆਚ ਗਏ ਸੀ ਟਿਕਟ ਮਿਲੂ, ਉਹ ਟਿਕਟ ਜਿਹੜੀ ਆ ਚੋਣਾਂ ਦੀ ਤਾਂ ਮਿਲੀ ਨਹੀਂ, ਹਸਪਤਾਲ ਦੀ ਮਿਲ ਗਈ ਹੈ। ਉੱਥੋਂ ਤੱਕ ਵੀ ਜੇ ਬਿਮਾਰੀ ਪਹੁੰਚਦੀ ਪਈ ਆ ਤੇ ਇਸ ਬਿਮਾਰੀ ਨੂੰ ਸਮਝ ਕੇ ਚੱਲਣਾ ਚਾਹੀਦਾ। ਇਸ ਵੇਲੇ ਇਕੱਲਾ ਇੱਥੇ ਹੀ ਨਹੀਂ, ਦਿੱਲੀ ਦੇ ਵਿੱਚ ਜਿਹੜਾ ਦਿੱਲੀ ਦਾ ਸਿਹਤ ਮੰਤਰੀ ਹੈ ਜੀ, ਉਹਨੂੰ ਕਰੋਨਾ ਵਾਇਰਸ ਨੇ ਲਪੇਟ 'ਚ ਲੈ ਲਿਆ, ਉਹਦਾ ਟ੍ਰੀਟਮੈਂਟ ਕਰਾਉਣਾ ਪਿਆ। ਔਰ ਜਿਹੜਾ ਟ੍ਰੀਟਮੈਂਟ ਉਹਨੇ ਕਰਾਇਆ
ਉਹ ਟ੍ਰੀਟਮੈਂਟ ਕਾਮਯਾਬ ਰਿਹਾ। ਹੁਣ ਉਹ ਬਾਕੀ ਜੇ ਬਰਤਾਨੀਆ ਦਾ ਪ੍ਰਧਾਨ ਮੰਤਰੀ ਜਿਹੜਾ ਉਹ ਇਸ ਬਿਮਾਰੀ ਦੀ ਲਪੇਟ 'ਚ ਆ ਸਕਦਾ ਔਰ ਅਗਲੇ ਘਰੋਂ ਜਾ ਕੇ ਮੁੜਿਆ, ਉਹਨੇ ਆਪ ਆਖਿਆ, ਕਹਿੰਦਾ ਮੈਂ ਜਦੋਂ ICU 'ਚ ਪਿਆ ਸੀ ਤੇ ਮੇਰੀ ਸਰਕਾਰ ਦੇ ਵਿੱਚ ਤਾਂ ਉਹ ਬਿਆਨ ਵੀ ਸਟੇਟਮੈਂਟ ਤਿਆਰ ਹੋਣੀ ਸ਼ੁਰੂ ਹੋ ਗਈ ਸੀ ਜਿਹੜੀ ਮੇਰੇ ਮਰਨ ਦੇ ਉੱਤੇ ਪੜ੍ਹੀ ਜਾਣੀ ਹੈ, ਇਸ ਹਾਲ ਤੱਕ ਜਾ ਕੇ ਮੁੜਿਆ। ਕੁਝ ਹੋਰਨਾਂ ਥਾਵਾਂ ਦੇ ਉੱਤੇ ਪਾਕਿਸਤਾਨ ਦੇ ਵਿੱਚ ਸ਼ਾਇਦ 2 ਹੁਣ ਤੱਕ MLA ਜਿਹੜੇ ਉਹਨਾਂ ਦੀ ਮੌਤ ਹੋ ਚੁੱਕੀ ਆ, ਕੁਝ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸ ਤਰ੍ਹਾਂ। ਬ੍ਰਾਜ਼ੀਲ ਦਾ ਜਿਹੜਾ ਹੈਗਾ ਰਾਸ਼ਟਰਪਤੀ, ਉਹਦੇ ਤੱਕ ਬਿਮਾਰੀ ਪਹੁੰਚ ਗਈ ਆ। ਜੇ ਇਹਨਾਂ ਸਭ ਥਾਵਾਂ ਤੱਕ ਪਹੁੰਚ ਰਹੀ ਆ ਤੇ ਸਾਨੂੰ ਇਹ ਸਮਝਣਾ ਚਾਹੀਦਾ ਕਿ ਬਿਮਾਰੀ ਕਿਤੇ ਵੀ ਆ ਸਕਦੀ ਹੈ। ਇਸ ਵੇਲੇ ਜਿਹੜੇ ਲੀਡਰਾਂ ਦੇ ਸਿਰ ਤੇ ਜ਼ਿੰਮੇਵਾਰੀ ਹੈ ਆਪੋ ਆਪਣੇ ਥਾਂ ਤੇ ਲੀਡ ਕਰਨ ਦੀ, ਜੇ ਉਹਨਾਂ ਲੀਡਰਾਂ ਤੱਕ ਵੀ ਬਿਮਾਰੀ ਪਹੁੰਚੀ ਪਈ ਹੈ ਤੇ ਮੈਂ ਸਮਝਦਾ ਕਿ ਇਹਦੇ 'ਚ ਹਰ ਕਿਸੇ ਨੂੰ ਚੌਕਸੀ ਰੱਖਣੀ ਚਾਹੀਦੀ ਹੈ। ਸਾਡੇ ਅਜੇ ਵੀ ਬੜੇ ਲੋਕ ਹੈ ਜਿਹੜੇ ਕਹਿੰਦੇ ਕੁਛ ਨਹੀਂ ਹੁੰਦਾ, ਇਹ ਤੇ ਕਹਿਣ ਦੀਆਂ ਗੱਲਾਂ। ਮੈਂ ਥੋੜੀ ਦੇਰ ਪਹਿਲਾਂ ਨੈੱਟ ਤੇ ਪੜ੍ਹਦਾ ਪਿਆ ਸਾਂ, ਇੱਕ ਨਵੀਂ ਜਿਹੜੀ ਸਰਵੇਖਣ ਰਿਪੋਰਟ ਆਈ ਹੈ, ਉਹ ਸ਼ਾਇਦ ਉੱਥੋਂ ਜਰਮਨੀ ਤੋਂ ਆ। ਉਹਨਾਂ ਨੇ ਖੋਜ ਕਰਕੇ ਆਖਿਆ ਕਿ ਅਸੀਂ ਅੰਦਾਜ਼ਾ ਇਹ ਲਾਇਆ, ਬਹੁਤ ਸਾਰੇ ਲੋਕਾਂ ਤੇ ਖੋਜ ਕੀਤੀ ਹੈ ਕਿ ਜਿਹੜੇ ਲੋਕ ਅਜੇ ਵੀ ਮਾਸਕ ਪਾਉਣ ਨੂੰ ਤਿਆਰ ਨਹੀਂ, ਉਹਨਾਂ 'ਚ ਬਹੁਤ ਗਿਣਤੀ ਉਹਨਾਂ ਦੀ ਆ ਜਿਨ੍ਹਾਂ ਦਾ IQ ਲੈਵਲ ਬਹੁਤ ਛੋਟਾ, ਯਾਨੀ ਕਮ ਅਕਲ ਨੇ। ਅਸੀਂ ਉਹਨਾਂ ਨੂੰ ਬੇਵਕੂਫ ਤਾਂ ਨਾ ਆਖੀਏ, ਪਰ ਇਹ ਆਖੀਏ ਕਿ ਜਿੰਨੀ ਅਕਲ ਚਾਹੀਦੀ ਆ, ਥੋੜਾ ਜਿਹਾ ਕਿਤੇ ਕੋਟਾ ਉੱਪਰੋਂ ਉਹਨਾਂ ਨੂੰ ਅਲਾਟ ਘੱਟ ਹੋਇਆ, ਉਹ ਲੋਕ ਨੇ। ਪਰ ਸਾਡੇ ਇੱਥੇ ਭਾਰਤ ਵਿੱਚ ਤਾਂ ਵਾਹਵਾ ਸਾਰੇ ਲੋਕ ਨੇ। ਸਾਡੇ ਪੰਜਾਬ ਵਿੱਚ ਜਦੋਂ ਤੁਸੀਂ ਸਰਹੱਦੀ ਜ਼ਿਲ੍ਹਿਆਂ ਚਲ ਜਾਂਦੇ ਹੋ, ਉਹਨਾਂ ਜ਼ਿਲ੍ਹਿਆਂ 'ਚ ਇੱਕ ਦਿਨ ਇੱਕ ਮੰਤਰੀ ਮੇਰੇ ਨਾਲ ਗੱਲ ਕਰ ਰਿਹਾ ਕਿ ਸਾਡੇ ਤਾਂ ਇੱਥੇ ਸਾਰੇ ਲੋਕ 3-3 4-4 ਵੀ ਮੋਟਰਸਾਈਕਲਾਂ ਚੜ੍ਹੇ ਫਿਰਦੇ ਆ, ਕੋਈ ਮੋਬਾਈਲ, ਕੋਈ ਮਤਲਬ ਮੂੰਹ ਤੇ ਮਾਸਕ ਨਹੀਂ ਪਾਉਂਦਾ, ਮੋਬਾਈਲ ਕੰਨਾਂ ਨੂੰ ਲਾਏ ਨੇ, ਚਲਾਉਣ ਵਾਲੇ ਨੇ ਵੀ ਲਾਇਆ, ਪਿੱਛੇ ਬੈਠਿਆ ਦੋਵਾਂ ਨੇ ਵੀ ਲਾਇਆ। ਕੋਈ ਪੁਲਿਸ ਵਾਲਾ ਨੂੰ ਰੋਕਦਾ ਨਹੀਂ, ਕਿਉਂ ਰੋਕਦੇ ਇਸ ਕਰਕੇ ਨਹੀਂ ਕਿਉਂਕਿ ਪੁਲਿਸ ਵਾਲਾ ਨੇ ਆਪ ਵੀ ਕਈਆਂ ਨੇ ਨਹੀਂ ਲਾਏ। ਤੇ ਜੇ ਇੰਨੀ ਲਾਪਰਵਾਹੀ ਅਜੇ ਤੱਕ ਪੰਜਾਬ ਵਿੱਚ ਵੀ ਚੱਲਦੀ ਪਈ ਹੈ, ਬਾਕੀ ਥਾਵਾਂ ਤੇ ਵੀ ਹੈ। ਹਾਲਾਂਕਿ ਪੰਜਾਬ ਅਜੇ ਤੱਕ ਬਿਮਾਰੀ ਤੋਂ ਕਾਫੀ ਹੱਦ ਤੱਕ ਬਚਿਆ ਜੀ, ਪਰ ਜੇ ਇਹ ਲਾਪਰਵਾਹੀ ਰਵੇ ਤੇ ਅੱਜ ਨਹੀਂ ਕੱਲ੍ਹ ਸੀ ਨੁਕਸਾਨ ਦਾ ਵੀ ਹੋ ਸਕਦਾ। ਇਸ ਕਰਕੇ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ। ਇਹ ਮੈਨੂੰ ਲੱਗਦਾ ਭਾਨੂੰ ਸਾਹਿਬ ਪੰਜਾਬੀਆਂ ਨੇ ਨਾ ਕਰੋਨਾ ਸ਼ਰਮਿੰਦਾ ਕਰਕੇ ਭਜਾ ਦੇਣਾ ਵੀ ਇਹ ਤੇ ਡਰਦੇ ਹੀ ਮੇਰੇ ਤੋਂ, ਮੈਂ ਇੱਥੇ ਕੀ ਕਰਨਾ। ਪਰ ਜਿਹੜੀ ਕਰੋਨੇ ਬਾਰੇ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਜਿੱਦਾਂ ਪਹਿਲਾਂ ਰੂਸ ਨੇ ਵੀ ਕਿਹਾ ਕਿ ਅਸੀਂ ਹਿਊਮਨ ਟੈਸਟਿੰਗ ਕਰ ਲਈ ਹੈ, ਹਿਊਮਨ ਟਰਾਇਲ ਸਾਡਾ ਹੋ ਗਿਆ, ਦਵਾਈ ਬਣ ਜਾਣੀ ਹੈ। ਹੁਣ ਇੰਡੀਆ ਦੀਆਂ ਵੀ ਸ਼ਾਇਦ 2 ਕੰਪਨੀਆਂ ਨੇ ਕਿਹਾ ਕਿ ਵੀ ਹਿਊਮਨ ਟਰਾਇਲ ਜਿਹੜਾ ਸਾਡਾ ਲਗਭਗ ਰੈਡੀ ਹੈ ਤੇ ਬਹੁਤ ਛੇਤੀ ਅਸੀਂ ਵੈਕਸੀਨ ਲੈ ਆਉਣੀ ਹੈ। ਇਹ ਜੇ ਸੁਣਦੀਆਂ ਹੀ ਆਪਾਂ ਗੱਲਾਂ ਸੁਣੀ ਜਾਂਦੇ, ਕਦੀ UK ਦੀ, ਕਦੀ ਅਮਰੀਕਾ ਦੀ, ਕਦੀ ਚਾਈਨਾ ਦੀ, ਪਰ ਸਾਹਮਣੇ ਤੇ ਕੁਛ ਆਇਆ ਨਹੀਂ ਅਜੇ ਤੱਕ। 2 ਕਿਉਂ ਕਹਿੰਦੇ ਹੋ ਭਾਰਤ ਦੀਆਂ, 2.5 ਕਹਿ ਲਓ ਜੀ। ਇੱਕ ਅੱਧਾ ਕੁ ਕੰਮ ਤਾਂ ਬਾਬੇ ਰਾਮਦੇਵ ਨੇ ਵੀ ਕਰ ਲਿਆ ਸੀ। ਨਹੀਂ ਉਹ ਤੇ ਪੂਰਾ ਹੀ ਹੋਇਆ, ਉਹ ਤੇ ਫਿਰ ਰੁਕਿਆ ਹੀ ਆ। ਜੇ ਪਤਾ ਨਹੀਂ ਜਾਂਦਾ ਫੋਟੋ ਲਾਉਂਦੇ ਹੋਣੇ, ਉਹ ਅੱਧਾ ਇਹ ਦਵਾਈ ਉਹਨੇ ਬਣਾ ਲਈ ਆ ਜੀ, ਨਾ ਉਹਦਾ ਕਰੋਨਾ ਤੋਂ ਕਰੋਨਲ ਰੱਖਿਆ ਜੀ, ਪਰ ਜਿਹੜੀ ਦਵਾਈ ਬਣਾਈ ਪਹਿਲੇ ਦਿਨ ਐਲਾਨ ਕੀਤਾ ਕਿ ਮੈਂ ਕਰੋਨਾ ਵਾਇਰਸ ਦੀ ਬਣਾ ਲਈ ਹੈ, ਜਿਹੜੀ ਸਾਰੀ ਦੁਨੀਆ ਤੋਂ ਨਹੀਂ ਮੈਂ ਬਣਾਤੀ ਹੈ ਜੀ। ਤੇ ਬਾਅਦ ਵਿੱਚ ਬਾਬਾ ਐਡਾ ਮਤਲਬ ਕਮਾਲ ਦਾ ਕਿ ਬਿਲਕੁਲ ਹੀ ਉਲਟਬਾਜੀ, ਮਤਲਬ ਉਹਨੇ ਸ਼ੀਰਸ ਆਸਣ, ਦੂਸਰਾ ਆਸਣ, ਤੀਸਰਾ ਆਸਣ ਕਈ ਕੀਤੇ ਸੀ, ਉਲਟਾ ਆਸਣ ਮਾਰ ਗਿਆ। ਕਹਿੰਦਾ ਮੈਂ ਤੇ ਗੱਲ ਆਖੀ ਨਹੀਂ, ਔਰ ਸਾਰਾ ਕੁਝ ਵੀਡੀਓ ਉੱਤੇ ਮੌਜੂਦ ਹੈ। ਉਹ ਜਿਹੜੀ ਦਵਾਈ ਉਹਨੇ ਬਣਾਈ, ਹੁਣ ਉਹ ਕਹਿੰਦਾ ਨਹੀਂ ਉਹ ਖੰਘ ਬੁਖਾਰ ਦੀ ਤੇ ਇਮਿਊਨਿਟੀ ਵਧਾਉਣ ਦੀ ਹੈ, ਪਹਿਲਾਂ ਸਿੱਧਾ ਹੀ ਕਹਿੰਦਾ ਸੀ ਕਰੋਨਾ ਵਾਇਰਸ ਦੀ ਹੈ। ਉਹ ਇਸ ਕਰਕੇ ਅੱਧ 'ਚ ਰਹਿ ਗਿਆ। ਹੁਣ 2 ਕੰਪਨੀਆਂ ਨੇ, ਇੱਕ ਇੱਥੇ ਕੈਡਿਲਾ ਕੰਪਨੀ ਆ ਜਿਨ੍ਹਾਂ ਨੇ ਹੁਣ ਆਖਿਆ, ਅੱਜ ਉਹਨਾਂ ਦਾ ਐਲਾਨ ਆਇਆ ਕਿ ਅਸੀਂ ਇੰਡੀਅਨ ਕਾਉਂਸਲ ਫਾਰ ਮੈਡੀਕਲ ਰਿਸਰਚ ਤੇ ਜਿਹੜਾ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਆ, ਉਹਨਾਂ ਦੋਵਾਂ ਦੇ ਪਰਮਿਸ਼ਨ ਨਾਲ ਔਰ ਉਹਨਾਂ ਦੀ ਐਡਵਾਈਸ ਨਾਲ ਉਹ ਦਵਾਈ ਜਿਹੜੀ ਆ ਉਹ ਬਣਾਈ ਆ ਤੇ ਉਸ ਦਵਾਈ ਦਾ ਹਿਊਮਨ ਟੈਸਟ ਚੱਲ ਪਿਆ। ਹੁਣ ਜਦੋਂ ਮਨੁੱਖੀ ਟੈਸਟ ਚੱਲ ਪਵੇ, ਇਹਦਾ ਮਤਲਬ ਕਿ ਕਾਫੀ ਹੱਦ ਤੱਕ ਕਾਮਯਾਬ। ਇਹਦੇ ਤੋਂ ਪਹਿਲਾਂ ਹੈਦਰਾਬਾਦ ਦੀ ਭਾਰਤ ਬਾਇਓਟੈਕ ਜਿਹੜੀ ਆ, ਉਹਨਾਂ ਨੇ ਦਵਾਈ ਬਣਾ ਲਈ ਆ, ਉਹਦਾ ਨਾਂ ਕੋਵੈਕਸਿਨ ਸ਼ਾਇਦ ਰੱਖਿਆ ਉਹਨਾਂ ਨੇ। ਉਸ ਦਵਾਈ ਦਾ ਵੀ ਉਹਨਾਂ ਨੇ ਜਿਹੜਾ ਟੈਸਟ ਸ਼ੁਰੂ ਕੀਤਾ, ਹਿਊਮਨ ਟ੍ਰਾਇਲ ਉਹਦਾ ਵੀ ਚੱਲਦਾ ਪਿਆ। ਕੋਈ 15 ਕੁ ਦਿਨ ਪਹਿਲਾਂ ਜਿਹੜਾ ICMR ਆ, ਇਹਦੇ ਹੈੱਡ ਨੇ ਕਿਹਾ ਸੀ, ਇਹਦੇ ਮੁਖੀ ਨੇ ਕਿਹਾ ਸੀ ਕਿ ਅਸੀਂ ਦਵਾਈ ਵਾਸਤੇ ਸਾਰਿਆਂ ਨੂੰ ਇਹ ਕਹਿਤਾ ਕਿ ਤੁਸੀਂ ਜਰਾ ਧਿਆਨ ਨਾਲ ਕੰਮ ਕਰੋ, ਤੇਜ਼ੀ ਨਾਲ ਵੀ ਕਰੋ ਔਰ ਪੂਰੀ ਲਗਨ ਨਾਲ ਕਰੋ ਤਾਂ ਕਿ ਅਸੀਂ 15 ਅਗਸਤ ਤੱਕ ਇਹ ਦਵਾਈ ਰਿਲੀਜ਼ ਕਰ ਸਕੀਏ। ਉੱਥੇ ਕੁਝ ਲੋਕਾਂ ਦਾ ਰੌਲਾ ਪੈ ਗਿਆ ਕਿ ਤੁਸੀਂ ਜੇ ਦਵਾਈ ਬਣਾਉਂਦੇ ਪਏ ਤੇ ਇਹਦੇ ਨਾਲ ਤਰੀਕਾ ਨਾ ਮਿਥੋ। ਤਰੀਕਾ ਮਿਥਣ ਦਾ ਮਤਲਬ ਇਹ ਹੈ ਕਿ ਤੁਸੀਂ 15 ਅਗਸਤ ਨੂੰ ਪ੍ਰਧਾਨ ਮੰਤਰੀ ਤੋਂ ਐਲਾਨ ਕਰਾਉਣਾ ਚਾਹੁੰਦੇ ਹੋ। ਬਾਅਦ 'ਚ ਉਹਨੇ ਆਖਿਆ ਨਹੀਂ, ਮੇਰਾ ਇਹੋ ਜਿਹਾ ਕੋਈ ਮਕਸਦ ਨਹੀਂ ਸੀ। ਅਸੀਂ ਤਾਂ ਉੱਦਾਂ ਕੰਪਨੀਆਂ ਨੂੰ ਵੀ ਆਖਿਆ ਕਿ ਤੁਸੀਂ ਪੂਰਾ ਧਿਆਨ ਕਰੋ, 15 ਤੋਂ ਪਹਿਲਾਂ ਵੀ ਹੋ ਸਕਦੀ ਹੈ, 15 ਤੋਂ ਬਾਅਦ ਵੀ ਹੋ ਸਕਦੀ ਹੈ। ਹੁਣ ਜਿਸ ਤਰ੍ਹਾਂ ਦੇ ਟ੍ਰਾਇਲ ਹੋ ਰਹੇ ਆ, ਜੇ ਇਹ ਟ੍ਰਾਇਲ 15 ਦਿਨਾਂ ਦੇ ਅੰਦਰ ਅੰਦਰ ਸਿਰੇ ਚੜ੍ਹ ਜਾਂਦੇ ਆ ਤੇ ਫਿਰ 15 ਅਗਸਤ ਜਿੱਕਣ ਦੀ ਲੋੜ ਨਹੀਂ, ਫਿਰ ਤਾਂ 1 ਅਗਸਤ ਨੂੰ ਵੀ ਇਹ ਡਿਕਲੇਅਰ ਕੀਤਾ ਜਾ ਸਕਦਾ ਕਿ ਦਵਾਈ ਕਾਮਯਾਬ ਰਹੀ ਹੈ। ਹਿਊਮਨ ਟ੍ਰਾਇਲ ਦੇ ਵਿੱਚ ਇਹ ਪੂਰੀ ਕਾਮਯਾਬ ਹੋਣ ਤੋਂ ਬਾਅਦ ਰਿਲੀਜ਼ ਕੀਤੀ ਜਾਂਦੀ ਹੈ, ਹੁਣ ਬਾਜ਼ਾਰ ਵਿੱਚ ਆ ਸਕਦੀ ਹੈ। ਜੇ ਇਹ ਆ ਜਾਵੇ, ਅਜੇ ਤੱਕ ਸਿਰਫ ਰੂਸ ਵਾਲੇ ਆ ਜਿਨ੍ਹਾਂ ਨੇ ਆਖਿਆ ਕਿ ਅਸੀਂ ਕਰੋਨਾ ਵਾਇਰਸ ਦੀ ਦਵਾਈ ਬਣਾ ਲਈ ਹੈ। ਬਾਕੀ ਅਮਰੀਕਾ ਦੀਆਂ 2 ਕੰਪਨੀਆਂ ਨੇ ਆਖਿਆ ਸੀ, ਉਹਨਾਂ ਦੇ ਹਿਊਮਨ ਟ੍ਰਾਇਲ ਕਹਿੰਦੇ ਸੀ ਸ਼ੁਰੂ ਕਰਤੇ ਆ। ਉਹ ਟ੍ਰਾਇਲ ਦਾ ਨਤੀਜਾ ਕੀ ਆ ਅਜੇ ਤੱਕ ਪਤਾ ਨਹੀਂ। ਇਹ ਅਸੀਂ ਸੁਣੀ ਜਾਂਦੇ ਹਾਂ
ਕਿ ਉਹਨਾਂ ਨੇ ਭਾਰਤ ਦੀ ਫਲਾਨੀ ਕੰਪਨੀ ਨਾਲ, ਫਲਾਣੇ ਦੇਸ਼ ਦੀ ਫਲਾਨੀ ਕੰਪਨੀ ਨਾਲ ਇਹ ਸਮਝੌਤਾ ਕਰ ਲਿਆ ਕਿ ਤੁਹਾਡੇ ਰਾਹੀਂ ਵੇਚਾਂਗੇ, ਪਰ ਟ੍ਰਾਇਲ ਦਾ ਰਿਜ਼ਲਟ ਕੀ ਆਇਆ ਉਹ ਅਜੇ ਤੱਕ ਪਤਾ ਨਹੀਂ ਲੱਗਦਾ ਪਿਆ। ਹੁਣ ਜਿਹੜੇ ਉਹਨਾਂ ਦੀ ਗੱਲ ਛੱਡ ਦਿਓ, ਇੱਕ ਤਾਂ ਰੂਸ ਵਾਲੇ, 2 ਕੰਪਨੀਆਂ ਸਾਡੀਆਂ, ਤੀਸਰੀ ਕੋਈ ਕੰਪਨੀ ਇੱਥੋਂ ਤੱਕ ਪਹੁੰਚੀ ਕਿ ਨਹੀਂ ਪਹੁੰਚੀ ਅਜੇ ਮੇਰੇ ਕੋਲ ਘੱਟੋ ਘੱਟ ਜਾਣਕਾਰੀ ਨਹੀਂ, ਹੋ ਸਕਦਾ ਕੋਈ ਪਹੁੰਚੀ ਹੋਵੇ, ਪਰ ਭਾਰਤ ਇਸ ਮਾਮਲੇ 'ਚ ਕਾਫੀ ਹੱਦ ਤੱਕ ਅੱਗੇ ਚਲਾ ਗਿਆ। ਆਪਾਂ ਸਭ ਇੱਕ ਡਿਬੇਟ ਹੋਰ ਵੀ ਚੱਲਦੀ ਹੈ ਨਾ ਕਿ ਵੀ ਜਿਹੜਾ ਹੁਣ ਕਰੋਨਾ ਦੀ ਦਵਾਈ ਅਜੇ ਤੱਕ ਤਾਂ ਬਣੀ ਨਹੀਂ। ਹੁਣ ਜੇ ਆਪਾਂ ਨਵੰਬਰ, ਦਸੰਬਰ, ਜਨਵਰੀ, ਫਰਵਰੀ, ਮਾਰਚ, ਕਿੰਨਾ 6 ਮਹੀਨੇ ਤੋਂ ਵੱਧ ਹੋ ਗਿਆ ਕਰੋਨਾ ਫੈਲੇ ਨੂੰ, ਉਹਦੇ ਬਾਵਜੂਦ ਵੀ ਜੇ ਲੋਕ ਠੀਕ ਹੋ ਰਹੇ ਆ ਜਾਂ ਕੁਝ ਲੋਕਾਂ ਨੂੰ ਬਿਨਾਂ ਸਿੰਪਟਮਸ ਦੇ ਵੀ ਉਹ ਕਰੋਨਾ ਪੋਜ਼ਿਟਿਵ ਨੇ ਪਰ ਉਹ ਜ਼ਿੰਦਗੀ ਜੀ ਰਹੇ ਆ, ਤਾਂ ਫਿਰ ਇਹ ਵੀ ਇੱਕ ਡਿਬੇਟ ਚੱਲ ਪਈ ਕਿ ਜੇ ਵਿਦਆਊਟ ਵੈਕਸੀਨ ਲੋਕ ਠੀਕ ਹੋ ਰਹੇ ਆ ਤਾਂ ਫਿਰ ਜਿਹੜੀ ਵੈਕਸੀਨ ਉਹ ਸਿਰਫ ਪੈਸੇ ਇਕੱਠੇ ਕਰਨ ਲਈ ਬਣਾਉਣੀ। ਮੈਂ ਤੁਹਾਨੂੰ ਲਿਸਬਨ ਪੇਸ਼ੈਂਟ ਦਾ ਦੱਸਿਆ ਸੀ ਜੀ, ਉਹ ਲਿਸਬਨ ਪੇਸ਼ੈਂਟ ਲਿਸਬਨ ਸ਼ਹਿਰ ਦੇ ਵਿੱਚ ਹੈ, ਉਹ 84 ਸਾਲ ਦੀ ਉਮਰ 'ਚ HIV ਪੋਜ਼ਿਟਿਵ ਹੋਇਆ ਸੀ ਜੀ, ਕਿਉਂਕਿ ਹਸਪਤਾਲ ਗਿਆ ਤੇ ਉੱਥੇ ਉਹਨੂੰ ਦਵਾਈ ਦੇ ਦਿੱਤੀ। ਹੁਣ ਜੋ 84 ਸਾਲ ਦਾ ਬੁੜਾ ਨਾ ਹੁੰਦਾ ਤੇ ਲੋਕਾਂ ਫਰਜ਼ ਕਰੋ ਜਵਾਨ ਹੁੰਦਾ, ਲੋਕਾਂ ਆਖਣਾ ਕਿਸੇ ਪੁੱਠੇ ਸਿੱਧੇ ਥਾਂ ਚਲਾ ਗਿਆ ਹੋਣਾ, ਬਿਮਾਰੀ ਲਵਾ ਲਿਆ, ਪਰ ਉਹਦੀ ਉਮਰ ਇੰਨੀ ਸੀ ਕਿ ਇਹ ਗੱਲ ਕਹਿ ਨਹੀਂ ਸਕਦੇ। ਇਹ ਮੰਨਿਆ ਗਿਆ ਕਿ ਉੱਥੋਂ ਗਲਤੀ ਨਾਲ ਕੋਈ ਚੀਜ਼ ਉਹਨੂੰ ਲੱਗ ਗਈ ਆ ਤੇ ਉਹਨੂੰ ਬਿਮਾਰੀ ਲੱਗ ਗਈ। ਉਹਦੇ ਤੋਂ ਬਾਅਦ 16 ਸਾਲ ਹੋ ਗਏ ਆ। ਹੁਣ ਆ ਪਿਛਲੇ ਸਤੰਬਰ ਦੇ ਵਿੱਚ ਉਹਨੇ ਆਪਣਾ 100ਵਾਂ ਜਨਮ ਦਿਨ ਮਨਾ ਲਿਆ। ਜੇ HIV ਪੋਜ਼ਿਟਿਵ ਹੋਣ ਤੋਂ ਬਾਅਦ 16 ਸਾਲ ਤੱਕ ਉਹ ਰਹਿ ਗਿਆ, ਉਹਦਾ ਨਾਂ ਨਹੀਂ ਬਾਹਰ ਦੱਸਦੇ, ਉਹਨੂੰ ਸਾਰੇ ਲਿਸਬਨ ਪੇਸ਼ੈਂਟ ਕਹਿੰਦੇ ਆ। ਹੁਣ ਉਹ ਜਿਹੜਾ ਲਿਸਬਨ ਪੇਸ਼ੈਂਟ ਹੈ ਜੋ ਇਹਨਾਂ ਸਾਲ ਕੱਢ ਸਕਦਾ, ਮੈਂ ਉਦੋਂ ਵੀ ਇਹ ਗੱਲ ਆਖੀ ਸੀ ਕਿ ਆ ਜਿਹੜਾ ਕਰੋਨਾ ਵਾਇਰਸ ਆ ਇਹਦੇ ਬਾਵਜੂਦ ਲੋਕ ਜਿੰਦਾ ਰਹਿਣਗੇ। ਸਿਰਫ ਇਹ ਹੈ ਕਿ ਉਹਨਾਂ ਦੀ ਇਮਿਊਨਿਟੀ ਵਧਾਉਣੀ ਪਵੇਗੀ। ਇਮਿਊਨਿਟੀ ਜਿਹੜਾ ਅੰਦਰੋਂ ਬਿਮਾਰੀ ਨਾਲ ਲੜਨ ਵਾਲਾ ਸਿਸਟਮ ਕੁਦਰਤੀ ਤੌਰ ਤੇ ਹੁੰਦਾ, ਉਸ ਕੁਦਰਤੀ ਤੌਰ ਤੇ ਸਿਸਟਮ ਨੂੰ ਸਾਰਿਆਂ ਨੂੰ ਮਜ਼ਬੂਤ ਕਰਨਾ ਪਵੇਗਾ। ਜੇ ਉਹਨੂੰ ਮਜ਼ਬੂਤ ਕੀਤਾ ਜਾਵੇ ਤੇ ਬਿਮਾਰੀ ਨਾਲ ਲੜ ਸਕਦਾ। ਅੱਜ ਜਿੰਨੇ ਲੋਕ ਬਿਮਾਰ ਹੋਏ ਨੇ, ਜਿਹੜੇ ਕਰੋਨਾ ਵਾਇਰਸ ਪੋਜ਼ਿਟਿਵ ਆਏ ਆ, ਉਹਨਾਂ ਸਾਰਿਆਂ ਦਾ ਇਹ ਨਹੀਂ ਕਿ ਕਰੋਨਾ ਵਾਇਰਸ ਦਾ ਇਲਾਜ ਹੋਇਆ। ਇਲਾਜ ਇਸ ਗੱਲ ਦਾ ਹੋਇਆ ਕਿ ਇਹਨਾਂ ਦੀ ਇਮਿਊਨਿਟੀ ਵਧਾ ਦਿਓ ਤਾਂ ਕਿ ਅੰਦਰੋਂ ਇਹ ਕਰੋਨਾ ਵਾਇਰਸ ਨੂੰ ਉੱਭਰ ਨਾ ਦੇਵੇ, ਇੱਕ ਨੁਕਰੇ ਦੱਬ ਕੇ ਰੱਖੇ। ਹੁਣ ਜਿਹੜੇ ਅੱਗੋਂ ਪਲਾਜ਼ਮਾ ਟ੍ਰਾਇਲ ਆ, ਜਿਹੜੇ ਕਰੋਨਾ ਵਾਇਰਸ ਪੋਜ਼ਿਟਿਵ ਸੀ, ਬਿਮਾਰੀ ਨਾਲ ਲੜ ਕੇ ਇੱਕ ਵਾਰੀ ਘਰ ਆ ਗਿਆ, ਉਹਨਾਂ ਦੀਆਂ ਹੱਡੀਆਂ ਦੇ ਵਿੱਚੋਂ, ਉਹਨਾਂ ਦੇ ਸਰੀਰ ਚੋਂ ਉਹ ਮਿੱਝ ਲੈ ਕੇ, ਪਲਾਜ਼ਮਾ ਲੈ ਕੇ ਤੇ ਉਹਦੇ ਨਾਲ ਦੂਸਰਿਆਂ ਦਾ ਇਲਾਜ ਕੀਤਾ ਜਾ ਰਿਹਾ। ਯਾਨੀ ਉਹ ਇੱਕ ਕਿਸਮ ਦਾ ਆਪ ਠੀਕ ਹੋਣ ਤੋਂ ਬਾਅਦ ਦੂਸਰਿਆਂ ਵਾਸਤੇ ਦਵਾਈ ਦਾ ਕੰਮ ਵੀ ਕਰ ਰਿਹਾ। ਪਲਾਜ਼ਮਾ ਟ੍ਰਾਇਲ ਵੀ ਚੱਲਦੇ ਪਏ ਨੇ, ਪਲਾਜ਼ਮਾ ਬੈਂਕ ਵੀ ਬਣ ਗਏ ਨੇ, ਹੁਣ ਤਾਂ 2 ਦਿੱਲੀ 'ਚ, ਇੱਕ ਸਾਡੇ ਪੰਜਾਬ 'ਚ ਵੀ ਬਣ ਗਿਆ। ਇਸੇ ਤਰ੍ਹਾਂ ਹੀ ਆ ਜਿਹੜੀਆਂ ਦਵਾਈਆਂ ਆ ਰਹੀਆਂ ਨੇ, ਇਹਨਾਂ ਦਵਾਈਆਂ 'ਚੋਂ ਜੇ ਤਾਂ ਇਹ ਕਰੋਨਾ ਵਾਇਰਸ ਨਾਲ ਲੜਨ ਵਾਲੀ ਸਿੱਧੇ ਤੌਰ ਤੇ ਦਵਾਈ ਆ ਜਾਵੇ ਤੇ ਬਹੁਤ ਵਧੀਆ, ਨਹੀਂ ਤਾਂ ਇਸ ਮੌਕੇ ਤੇ ਇਮਿਊਨਿਟੀ ਵਧਾਉਣ ਵਾਲੀਆਂ ਜਿਹੜੀਆਂ ਦਵਾਈਆਂ ਆ ਰਹੀਆਂ ਨੇ ਉਹ ਵੀ ਵੈਲਕਮ ਕਰਨੀਆਂ ਚਾਹੀਦੀਆਂ। ਉਹਦੇ ਨਾਲ ਘੱਟੋ ਘੱਟ ਪਿਛਲੇ ਸਮੇਂ 'ਚ ਜਿੰਨੇ ਲੋਕ ਠੀਕ ਹੋ ਕੇ ਗਏ ਨੇ, ਉਹ ਕਰੋਨਾ ਵਾਇਰਸ ਪੋਜ਼ਿਟਿਵ ਹੋਣ ਦੇ ਬਾਅਦ ਠੀਕ ਇਸ ਕਰਕੇ ਹੋਇਆ ਕਿ ਉਹਨਾਂ ਦਾ ਟ੍ਰੀਟਮੈਂਟ ਇਸ ਗੱਲ ਦਾ ਹੋਇਆ ਕਿ ਕਰੋਨਾ ਵਾਇਰਸ ਇੱਕ ਨੁਕਰੇ ਲਗਾ ਰਵੇ, ਇਮਿਊਨਿਟੀ ਐਡੀ ਵਧਾ ਦਿਓ ਕਿ ਉਹ ਡੰਗ ਨਾ ਮਾਰ ਸਕੇ, ਉਹ ਸਰੀਰਾਂ ਦੇ ਵਿੱਚ ਰਹਿਣ ਦੇ ਬਾਵਜੂਦ ਲੋਕ ਠੀਕ ਹੋ ਗਏ। ਬਿਲਕੁਲ। ਪਰ ਸਭ ਇੱਕ ਥੋੜ੍ਹੀ ਜਿਹਾ ਹੁਣ ਆਪਾਂ ਕਰੋਨੇ ਤੋਂ ਬਾਹਰ ਵਾਲੀਆਂ ਖਬਰਾਂ ਦੀ ਵੀ ਗੱਲ ਕਰ ਲਈਏ। ਸੰਤ ਢੱਡਰੀਆਂ ਵਾਲੇ ਜਦੋਂ ਤੋਂ ਵੀ ਉਹਨਾਂ ਦਾ ਵਿਵਾਦ ਟਕਸਾਲ ਦੇ ਨਾਲ ਹੋਇਆ, ਲਗਾਤਾਰ ਸੁਰਖੀਆਂ 'ਚ ਰਹਿੰਦੇ ਆ। ਬਹੁਤ ਸਾਰੇ ਲੋਕ ਉਹਨਾਂ ਦੇ ਪੈਰੋਕਾਰ ਉਹਨਾਂ ਨੂੰ ਸਹੀ ਮੰਨਦੇ ਆ, ਬਹੁਤ ਸਾਰੇ ਲੋਕ ਉਹਨਾਂ ਦਾ ਵਿਰੋਧ ਵੀ ਕਰਦੇ ਆ। ਪਰ ਹੁਣ ਇੱਕ ਜਿਹੜੀ ਖਬਰ ਇਹ ਆਈ ਹੈ ਕਿ ਵੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਸੁਖ ਆਸਣ ਕਰਦੇ ਆ ਆਪਾਂ ਸ਼ਾਮ ਨੂੰ, ਤਾਂ ਉਹ ਬੀਬੀਆਂ ਕੋਲੋਂ ਕਰਵਾਇਆ। ਹੁਣ ਇੱਕ ਉਹ ਨਵੀਂ ਪਿਰਤ ਜਾਂ ਉਹਨਾਂ ਦੀ ਪਾਉਣ ਦੀ ਕੋਸ਼ਿਸ਼ ਕੀਤੀ, ਜਾਂ ਜਿਹੜੀ ਵੀ ਉਹ ਖਬਰ ਜਾਂ ਜੋ ਵੀ ਉਹਨਾਂ ਨੇ ਉਹ ਕੀਤਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਸਿੱਖ ਧਰਮ ਲੇਟੈਸਟ ਧਰਮ ਗਿਣਿਆ ਜਾਂਦਾ। ਇਹਦੇ ਵਿੱਚ ਗੁਰੂ ਸਾਹਿਬ ਦੇ ਵੇਲੇ ਤੋਂ ਵੀ ਔਰਤ ਦਾ ਸਤਿਕਾਰ ਬਹੁਤ ਕੀਤਾ ਗਿਆ ਜੀ। ਉਹਨਾਂ ਨੇ ਔਰਤ ਨੂੰ ਪੂਰਾ ਬਰਾਬਰ ਦਾ ਦਰਜਾ ਦਿੱਤਾ ਸੀ। ਉਹਦੇ ਤੋਂ ਬਾਅਦ ਜਿਸ ਦਿਨ ਅੰਮ੍ਰਿਤ ਪ੍ਰਚਾਰ ਵੀ ਕੀਤਾ 10ਵੇਂ ਗੁਰੂ ਸਾਹਿਬ ਨੇ ਜੀ, ਉਸ ਦਿਨ ਵੀ ਬੀਬੀ ਜੀ ਨੇ ਲਿਆ ਕੇ ਪਤਾਸੇ ਪਾਏ ਸਨ ਜੀ। ਇਹ ਇਤਿਹਾਸ ਵਿੱਚ ਹੈ। ਉਹਦੇ ਤੋਂ ਬਾਅਦ ਕਿੰਨੀਆਂ ਜੰਗਾਂ ਨੇ ਜਿਨ੍ਹਾਂ 'ਚ ਮਾਈ ਭਾਗੋ ਤੋਂ ਲੈ ਕੇ ਤੇ ਜਮਰੌਦ ਦੇ ਕਿਲ੍ਹੇ 'ਚ ਹਰੀਸੋਂ ਨਲਵੇ ਕੋਲ ਜਿਹੜੀ ਹਰਸ਼ਰਨ ਕੌਰ ਗਈ ਸੀ, ਉੱਥੋਂ ਤੱਕ ਬੀਬੀਆਂ ਜੰਗਾਂ ਵਿੱਚ ਵੀ ਲੜਦੀਆਂ ਰਹੀਆਂ। ਜੇ ਸਾਰਾ ਕੁਝ ਹੁੰਦਾ ਰਿਹਾ, ਅੱਜ ਦੇ ਯੁੱਗ ਵਿੱਚ ਬੀਬੀਆਂ ਕੀਰਤਨ ਵੀ ਕਰਦੀਆਂ ਨੇ, ਪਾਠ ਵੀ ਕਰਦੀਆਂ ਨੇ, ਪ੍ਰਚਾਰ ਵੀ ਕਰਦੀਆਂ ਨੇ, ਕਥਾਵਾਚਕ ਵੀ ਨੇ, ਤੇ ਐਸ ਸੁਖ ਆਸਣ ਦੀ ਜ਼ਿੰਮੇਵਾਰੀ ਜੋ ਨਿਭਾ ਲੈਣਗੀਆਂ ਤੇ ਇਹਦੇ ਨਾਲ ਕੋਈ ਗਲਤ ਨਹੀਂ ਹੋ ਰਿਹਾ। ਬੀਬੀ ਜਗੀਰ ਕੌਰ ਜਦੋਂ ਪ੍ਰਧਾਨ ਬਣੀ ਹੈ ਸ਼੍ਰੋਮਣੀ ਕਮੇਟੀ ਦੀ, ਇਹਦੇ ਵਕਤ ਫੈਸਲਾ ਹੋਇਆ ਸੀ ਕਿ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੀ ਆਗਿਆ ਦਿੱਤੀ ਜਾਵੇ ਜੀ। ਇਹਦਾ ਇੰਨਾ ਵਿਰੋਧ ਹੋਇਆ, ਅਜੇ ਤੱਕ ਕੋਈ ਫੈਸਲਾ ਲਾਗੂ ਨਹੀਂ ਹੋ ਸਕਿਆ। ਮੈਂ ਤਾਂ ਕਹਿੰਦਾ ਦਰਬਾਰ ਸਾਹਿਬ ਦੇ ਵਿੱਚ ਵੀ ਇਹ ਫੈਸਲਾ ਲਾਗੂ ਕਰਨਾ ਚਾਹੀਦਾ। ਔਰਤ ਮਰਦ ਬਰਾਬਰੀ ਜੇ ਸਿੱਖ ਧਰਮ ਵਿੱਚ ਨਾ ਹੋਵੇ ਤੇ ਇਹ ਗੱਲਾਂ ਇਹਦੇ ਤੇ ਵਿਵਾਦ ਛਿੜਦੇ ਰਹਿਣਗੇ। ਜੇ ਸੰਤ ਢੱਡਰੀਆਂ ਵਾਲੇ ਨੇ ਪਹਿਲ ਕੀਤੀ ਹੈ ਤੇ ਇਹ ਚੰਗਾ ਕੀਤਾ। ਇਸ ਪਹਿਲ ਦੇ ਬਾਅਦ ਬਾਕੀਆਂ ਨੂੰ ਵੀ ਇਸ ਪਾਸੇ ਨੂੰ ਤੁਰਨਾ ਚਾਹੀਦਾ। ਇਹ ਜਿਹੜੀ ਹੈਗਾ ਇਹਨੂੰ ਸਿਰਫ ਮਰਦਾਂ ਦੀ ਸਰਦਾਰੀ ਵਾਲਾ ਕੰਮ ਨਹੀਂ ਸਮਝਣਾ ਚਾਹੀਦਾ, ਇਹਦੇ ਵਿੱਚ ਬਰਾਬਰੀ ਤੇ ਲਿਆਉਣਾ ਚਾਹੀਦਾ। ਦੂਸਰੇ ਧਰਮਾਂ ਦੇ ਵਿੱਚ ਵੀ ਕਈਆਂ ਥਾਵਾਂ ਤੇ ਇਹ ਗੱਲਾਂ ਹੁਣ ਉੱਠਣ ਲੱਗ ਪਈਆਂ ਨੇ ਕਿ ਫਲਾਣੇ ਕੰਮ ਸਿਰਫ ਮਰਦਾਂ ਤੱਕ, ਪੁਜਾਰੀਆਂ ਤੱਕ। ਈਸਾਈਆਂ ਦੇ ਵਿੱਚ ਕਿੰਨੇ ਸਾਲਾਂ ਤੱਕ ਜਿਹੜੇ ਪ੍ਰੀਸਟ ਹੁੰਦੇ ਸਨ, ਪਾਦਰੀ ਹੁੰਦੇ ਸਨ, ਉਹ ਸਿਰਫ ਆਦਮੀ ਸੀ। ਹੁਣ ਔਰਤਾਂ ਵੀ ਪਾਦਰੀ ਬਣਨ ਲੱਗ ਪਈਆਂ ਨੇ। ਇੱਥੇ ਵੀ ਜੇ ਸਿੱਖ ਧਰਮ ਵਿੱਚ ਹੈ,
ਸੰਤ ਢੱਡਰੀਆਂ ਵਾਲਿਆਂ ਨੇ ਜੋ ਵੀ ਸੋਚ ਕੇ ਕੀਤਾ ਹੋਵੇ ਗਲਤ ਨਹੀਂ ਕੀਤਾ। ਇਹ ਫੈਸਲਾ ਜਿਹੜਾ ਸਿੱਖ ਪੰਥ ਦੇ ਵਿੱਚ ਗਲਤ ਨਹੀਂ ਗਿਣਿਆ ਜਾਣਾ। ਆਮ ਤੌਰ ਤੇ ਸਿੱਖ ਦਾ ਸਵਾਗਤ ਕਰਨਗੇ, ਹੋ ਸਕਦਾ ਕੁਝ ਲੋਕ ਵਿਰੋਧ ਵੀ ਕਰਨ, ਪਰ ਆਮ ਤੌਰ ਤੇ ਸਿੱਖ ਇਸ ਫੈਸਲੇ ਦਾ ਸਵਾਗਤ ਕਰਨਗੇ ਜੀ। ਇੱਕ ਉਹ ਗੁਰਦੁਆਰਾ ਰਾਮਸਰ ਸਾਹਿਬ ਦਾ ਰਿਕਾਰਡ ਕਹਿੰਦੇ ਹੁਣ ਸੀਲ ਕਰ ਦਿੱਤਾ ਗਿਆ ਜੀ। ਤੁਹਾਨੂੰ ਲੱਗਦਾ ਕਿ ਵੀ ਜਦੋਂ ਸੀਲ ਕਰਨ ਤੋਂ ਬਾਅਦ ਹੁਣ ਜਿੱਦਾਂ ਜਥੇਦਾਰ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ ਹੈ ਤੇ ਗੱਲ ਕਿਸੇ ਨਾ ਕਿਸੇ ਤਣ ਪੱਤਣ ਲੱਗੂਗੀ? ਉਹ ਸੀਲ ਕਿਹਨੇ ਕੀਤਾ? ਸੁਪਰੀਮ ਕੋਰਟ ਨੇ ਕੀਤਾ ਕਿ ਹਾਈ ਕੋਰਟ ਨੇ? ਸੀਲ ਕਰਨ ਵਾਲੇ ਕੌਣ ਨੇ? ਜੀ, ਉਹੋ ਹੀ ਨੇ ਜਿਨ੍ਹਾਂ ਦੇ ਨਾਂ ਆਉਂਦੇ ਆ ਪਹਿਲਾਂ ਕਿ ਇਹਨਾਂ ਦੇ ਹੁੰਦਿਆਂ ਸਾਰਾ ਕੁਝ ਹੋਇਆ ਸੀ। ਇਹ ਹੁਣ ਤੱਕ ਉਹ ਕਹਿੰਦੇ ਸਾਡੇ ਕੋਲ ਸਾਨੂੰ ਪਤਾ ਨਹੀਂ ਹੋਇਆ ਕੀ ਸੀ। ਇਹ ਜਿਹੜੀ ਕਮੇਟੀ ਉੱਥੇ ਬੈਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰਾ ਉਹਦੀ ਨਜ਼ਰ ਹੇਠ ਹੋਇਆ। ਉਹਦੀ ਨਜ਼ਰ ਹੇਠ ਹੁਣ ਤੱਕ ਇਸ ਵਿਵਾਦ ਨੂੰ ਦੱਬਿਆ ਗਿਆ। ਉਹਦੀ ਨਜ਼ਰ ਹੇਠ ਹੀ ਹੁਣ ਸੀਲ ਕੀਤਾ ਜਾ ਰਿਹਾ। ਸੀਲ ਅਗਲੇ ਪਾਸਿਓਂ ਕਰਤਾ, ਪਿੱਛੋਂ ਸਾਨੂੰ ਨਹੀਂ ਪਤਾ ਖਿੜਕੀ ਕੋਈ ਹੈਗੀ ਕਿ ਨਹੀਂ ਹੈਗੀ, ਇਹ ਕੋਈ ਦਰਵਾਜ਼ਾ ਰੱਖਿਆ ਕਿ ਨਹੀਂ ਰੱਖਿਆ। ਪਰ ਇਹ ਮਸਲਾ ਤਾਂ ਇਹ ਆ ਕਿ ਕਿਸੇ ਆਜ਼ਾਦ ਕਮੇਟੀ ਨੂੰ ਦਿੱਤਾ ਜਾਵੇ। ਮੁਆਫ ਕਰਨਾ ਇਹ ਜਿੰਨਾ ਮਰਜ਼ੀ ਦਵਾ ਲੈਣ। ਸਰਕਾਰੀ ਰਿਕਾਰਡ ਦੇ ਵਿੱਚ ਕੁਝ ਚੀਜ਼ਾਂ ਇਹੋ ਜਿਹੀਆਂ ਨਿਕਲਦੀਆਂ ਪਈਆਂ ਨੇ ਜਿਹੜੀਆਂ ਸਾਬਤ ਕਰਦੀਆਂ ਕਿ ਉਸ ਦਿਨ ਉੱਥੇ ਕੀ ਕੁਝ ਹੋਇਆ ਸੀ। ਕੱਲ ਨੂੰ ਇਹ ਸਾਰਾ ਕੁਝ ਸਾਹਮਣੇ ਆ ਗਿਆ, ਇਹਨਾਂ ਵਾਸਤੇ ਹੋਰ ਮੁਸ਼ਕਲ ਬਣ ਜਾਣੀ ਹੈ। ਇਹ ਜਿਸ ਤਰ੍ਹਾਂ ਦੇ ਕਦੇ ਸੀਲ ਕਰਤਾ, ਕਦੇ ਉਹ ਕਰਤਾ, ਕਦੇ ਕਮੇਟੀ ਬਣਾਤੀ, ਕਦੇ ਕਮੇਟੀ ਤੋੜ ਕੇ ਅਕਾਲ ਤਖਤ ਦੇ ਜਥੇਦਾਰ ਨੂੰ ਕਹਿਤਾ। ਹੁਣ ਜਥੇਦਾਰ ਸਾਹਿਬ 15 ਦਿਨ ਸੋਚਦੇ ਰਹਿਣਗੇ, ਫਿਰ ਕਿਸੇ ਦੀ ਡਿਊਟੀ ਲਾ ਦੇਣਗੇ। ਜਿਹਦੀ ਡਿਊਟੀ ਲਾਏਗੀ ਉਹ ਕੋਈ ਪੱਕਾ ਭਗਤ ਹੋਵੇਗਾ, ਇੱਕ ਪਰਿਵਾਰ ਦਾ, ਖਾਸ ਪਰਿਵਾਰ ਦਾ, ਜਿਹਦੇ ਆਉਣ ਦੇ ਉੱਤੇ ਸਾਰੇ ਪ੍ਰਕਰਮਾਂ ਦੇ ਵਿੱਚੋਂ ਰਸਤੇ ਖਾਲੀ ਕਰਾ ਕੇ ਸਭ ਤੋਂ ਅੱਗੇ ਜਾ ਕੇ ਦਰਬਾਰ ਸਾਹਿਬ 'ਚ ਕੈਮਰੇ ਅੱਗੇ ਬਿਠਾਇਆ ਜਾਂਦਾ। ਉਸ ਪਰਿਵਾਰ ਦੇ ਕਹਿਣ ਦੇ ਉੱਤੇ ਕੋਈ ਭਗਤ ਲੱਭਿਆ ਜਾਵੇਗਾ ਜਿਹੜਾ ਇਹਦੀ ਪੜਤਾਲ ਕਰੇ, ਇਹੋ ਜਿਹਾ ਜੱਜ ਲੱਭਿਆ ਜਾਵੇਗਾ। ਜੇ ਇਦਾਂ ਦੀਆਂ ਗੱਲਾਂ ਕੱਲ੍ਹ ਨੂੰ ਲੋਕਾਂ ਸਾਹਮਣੇ ਆ ਗਈਆਂ ਤੇ ਭਰੋਸਾ ਕਿੰਨਾ ਕਰਿਆ ਜਾਏਗਾ? ਭਰੋਸੇਯੋਗਤਾ ਤਾਂ ਪਹਿਲਾਂ ਹੀ ਬਹੁਤ ਘਟੀ ਪਈ ਆ। ਅੱਜ ਜੋ ਕੁਛ ਇਹ ਕਰਨ ਦੇ ਸਿਰਫ ਸੀਲ ਕਰਨ ਨਾਲ ਭਰੋਸਾ ਨਹੀਂ ਵੱਧ ਜਾਣਾ। ਭਰੋਸਾ ਜਿਹਨਾਂ ਗੱਲਾਂ ਨਾਲ ਵੱਧਣਾ ਉਧਰ ਨੂੰ ਅਜੇ ਤੱਕ ਮੂੰਹ ਹੀ ਨਹੀਂ ਕਰਦੇ ਪਏ। ਮਤਲਬ ਸੀਲ ਕਰਨ ਨਾਲ ਨਹੀਂ, ਫੀਲ ਕਰਨ ਨਾਲ ਆਉਣਾ ਜੇ ਕੋਈ ਬੰਦਾ ਫੀਲ ਕਰੇ। ਹਾਂ ਬਿਲਕੁਲ, ਅਮਲਾਂ ਤੇ ਹੋਣਗੇ ਨਿਬੇੜੇ ਜੀ। ਤੁਸੀਂ ਸਮਾਂ ਕੱਢਿਆ ਪੰਜ ਸਾਹਿਬ, ਬਹੁਤ ਧੰਨਵਾਦ ਜੀ। ਤੇ ਸਮਾਪਤੀ ਆਪਾਂ ਕਰਦੇ ਹਾਂ ਜੀ ਪ੍ਰੋਗਰਾਮ ਦੀ। ਜੇ ਤੁਸੀਂ ਦੇਖ ਲਿਆ ਤੇ ਜੇ ਉਹ ਅੰਗੂਠੇ ਵਾਲਾ ਕੰਮ ਨਹੀਂ ਕੀਤਾ ਤਾਂ ਕਰਦੇ ਰਿਹਾ ਕਰੋ, ਬਹੁਤ ਹੌਸਲਾ ਮਿਲਦਾ ਉਹਦੇ ਨਾਲ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।